The theorem is, let f contains a primitive nth root omega of unity, then for the following statements are equivalent. ਜਿਹੜਾ field f ਹੈ ਉਹਦੇ ਕੋਲ ਇੱਕ primitive nth root omega ਹੈਗਾ, ਤਾਂ ਇਹ ਦੋ ਸਟੇਟਮੈਂਟਸ ਆ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਇਕੁਇਵਲੈਂਟ ਸ਼ੋ ਕਰਨਾ ਹੈ। The first statement is E is a finite cyclic extension of degree n over f. E ਕੀ ਹੋਏਗਾ? finite cyclic extension. ਸਾਈਕਲਿਕ ਐਕਸਟੈਂਸ਼ਨ ਦੀ ਡੈਫੀਨੇਸ਼ਨ ਜੋ ਲਾਸਟ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤੀ ਕਿ E ਜਿਹੜਾ ਹੈ ਗੈਲਵਾ ਐਕਸਟੈਂਸ਼ਨ ਵੀ ਹੋਏਗਾ ਔਰ GE/F ਕੀ ਹੋਏਗਾ? ਸਾਈਕਲਿਕ ਗਰੁੱਪ। ਤੇ ਇਸੇ ਫਸਟ ਪੁਆਇੰਟ ਦੇ ਵਿੱਚ ਕਈ ਗੱਲਾਂ ਕਹਿ ਦਿੱਤੀਆਂ, ਫਾਈਨਾਈਟ ਵੀ ਹੋਵੇ, GE/F ਜਿਹੜਾ ਹੈ GE/F ਉਹ ਇੱਕ ਸਾਈਕਲਿਕ ਗਰੁੱਪ ਵੀ ਹੋਵੇ, ਔਰ E ਦੀ ਜਿਹੜੀ ਡਿਗਰੀ ਹੈ ਉਹ ਓਵਰ F n ਵੀ ਹੋਵੇ। ਇਹ ਤਿੰਨ ਚਾਰ ਚੀਜ਼ਾਂ ਇਸ ਫਸਟ ਪੁਆਇੰਟ 'ਚ ਕਲੱਬ ਕੀਤੀਆਂ ਨੇ। ਤੇ ਸੈਕੰਡ ਪੁਆਇੰਟ ਹੈਗਾ E is the splitting field of an irreducible polynomial xn minus b belonging to fx। ਤਾਂ ਇਹੀ ਵਾਲਾ ਜਿਹੜਾ E ਹੈਗਾ, ਕਿਉਂਕਿ ਇਹਨਾਂ ਦੋਵਾਂ ਨੂੰ ਇਕੁਇਵਲੈਂਟ ਸ਼ੋ ਕਰਨਾ ਹੈ, ਇਸ E ਨੂੰ ਫਿਰ ਅਸੀਂ ਪ੍ਰੂਫ ਕਰਨਾ ਹੈ ਕਿ ਉਹ ਸਪਲਿਟਿੰਗ ਫੀਲਡ ਹੋਏਗਾ xn minus b ਪੋਲੀਨੋਮੀਅਲ ਦਾ। ਇਸ ਟਾਈਪ ਦੀ ਪੋਲੀਨੋਮੀਅਲ ਦਾ ਸਪਲਿਟਿੰਗ ਫੀਲਡ ਹੋਏਗਾ ਔਰ ਇਹ ਪੋਲੀਨੋਮੀਅਲ ਕੀ ਹੋਏਗੀ? irreducible। So we have to prove these two conditions as equivalent conditions. So one implies two and two implies one। ਤੇ ਨਾਲ ਦੀ ਨਾਲ ਸੈਕੰਡ ਪੁਆਇੰਟ ਦੇ ਵਿੱਚ ਇੱਕ ਹੋਰ ਚੀਜ਼ ਵੀ ਹੈਗੀ ਹੈ ਕਿ ਫਿਰ E ਦੀ ਵੈਲਿਊ ਵੀ ਜਸਟੀਫਾਈ ਕਰਨੀ ਹੈ ਕਿ ਇੱਕ ਸਿੰਗਲ ਐਲੀਮੈਂਟ ਤੋਂ ਹੀ ਜਨਰੇਟ ਹੋ ਕੇ ਬਣੀ ਹੋਈ, ਮਤਲਬ E ਜਿਹੜਾ ਹੈਗਾ f of alpha ਹੀ ਹੋਏਗਾ। E is a simple extension ਔਰ alpha ਜਿਸ ਤੋਂ ਇਹ ਜਨਰੇਟ ਹੋ ਰਿਹਾ ਉਹ alpha particularly ਇਸੇ ਪੋਲੀਨੋਮੀਅਲ ਦਾ ਰੂਟ ਹੋਏਗਾ xn minus b ਦਾ। ਸੋ ਪ੍ਰੂਫ ਪਹਿਲਾਂ ਫਸਟ ਇੰਪਲਾਈ ਸੈਕੰਡ ਕਰਦੇ ਆ। Let sigma be a generator of the finite cyclic group GE/F। ਕਿਉਂਕਿ ਫਸਟ ਪਾਰਟ ਦੇ ਵਿੱਚ ਸਾਨੂੰ ਗਿਵਨ ਹੈ E is a cyclic extension। ਸੋ ਜੇ ਸਾਈਕਲਿਕ ਐਕਸਟੈਂਸ਼ਨ ਹੈ ਤਾਂ GE/F ਕੀ ਹੋਏਗਾ? ਇੱਕ ਸਾਈਕਲਿਕ ਗਰੁੱਪ ਹੋਏਗਾ, ਔਰ GE/F ਅਗਰ ਸਾਈਕਲਿਕ ਗਰੁੱਪ ਹੈ ਤਾਂ ਇਸ ਗਰੁੱਪ ਦਾ ਜਿਹੜਾ ਜਨਰੇਟਰ ਹੈ ਉਹ ਅਸੀਂ ਕਿਸ ਨੂੰ ਲੈਟ ਕਰ ਲਿਆ ਹੈਗਾ? ਸਿਗਮਾ। Now since omega belongs to f, ਇਹ ਸਾਨੂੰ ਸਟੇਟਮੈਂਟ 'ਚ ਗਿਵਨ ਹੈ f contains a primitive nth root omega of unity। Therefore ਜੇ omega f ਨੂੰ ਬਿਲੋਂਗ ਕਰਦਾ ਹੈ ਤਾਂ ਸਿਗਮਾ ਜਦੋਂ ਓਮੇਗਾ ਦੇ ਉੱਪਰ ਅਪਲਾਈ ਹੋਏਗਾ ਤਾਂ ਇਹਦੇ ਉੱਪਰ ਕੋਈ ਇਫੈਕਟ ਨਹੀਂ ਹੋਏਗਾ, ਬਿਕਾਜ਼ ਸਿਗਮਾ ਕਿਹਨੂੰ ਬਿਲੋਂਗ ਕਰਦਾ ਹੈ? GE/F ਨੂੰ। ਤੇ E/F ਦਾ ਮਤਲਬ ਇਹੀ ਹੁੰਦਾ ਕਿ F ਦੇ ਐਲੀਮੈਂਟਸ ਨੂੰ ਹਰੇਕ ਆਟੋਮੋਰਫਿਜ਼ਮ ਨੇ ਫਿਕਸ ਕਰਨਾ ਹੈ, ਤਾਂ ਓਮੇਗਾ ਵੀ ਫਿਕਸ ਹੋ ਗਿਆ। Therefore we have sigma omega equal to omega। ਸੋ ਜੇ ਸਿਗਮਾ ਓਮੇਗਾ ਇਕੁਅਲ ਟੂ ਓਮੇਗਾ ਹੈਗਾ ਤਾਂ ਇਹ ਵਾਲੀ ਟਰਮ ਨੂੰ ਅਸੀਂ ਸੋਲਵ ਕਰਦੇ ਹਾਂ। ਐਂਡ ਵਾਈ ਵੀ ਆਰ ਸੋਲਵਿੰਗ ਦਿਸ ਟਰਮ? ਡਿਊ ਟੂ this lemma, ਕਿਉਂਕਿ ਇਸ ਲੈਮਾ ਨੂੰ ਅਸੀਂ ਯੂਜ਼ ਕਰਨਾ ਹੈਗਾ ਆਪਣੀ ਕੁਐਸਚਨ ਦੇ ਵਿੱਚ। ਸੋ ਦੈਟਸ ਵਾਈ ਵੀ ਆਰ ਪ੍ਰੂਵਿੰਗ ਦਿਸ ਪੁਆਇੰਟ, ਕਿਉਂਕਿ ਇਸ ਲੈਮਾ ਦੇ ਵਿੱਚ ਇਹ ਕੰਡੀਸ਼ਨ ਸੀਗੀ, ਯੂ ਕੈਨ ਚੈੱਕ ਇਟ, ਕਿ ਓਮੇਗਾ ਸਿਗਮਾ ਸਕੁਆਇਰ ਓਮੇਗਾ ਸਿਗਮਾ n minus 1 ਓਮੇਗਾ is equal to 1। ਸੋ ਅਸੀਂ ਪਹਿਲਾਂ ਇਸ ਨੂੰ ਵੈਰੀਫਾਈ ਕਰਦੇ ਪਏ ਆ, ਰੈਸਟ ਆਫ ਦੀਆਂ ਕੰਡੀਸ਼ਨਸ ਜਿਹੜੀਆਂ ਹੈ ਲੈਮਾ ਦੀਆਂ ਬਾਅਦ ਚ ਚੈੱਕ ਕਰਾਂਗੇ, ਕਿਉਂਕਿ ਹੁਣੀ ਅਸੀਂ ਕੀ ਲਿਖਿਆ ਕਿ ਇਹ ਸਾਰੇ ਜਿਹੜਾ ਸਿਗਮਾ ਹੈਗਾ ਉਹਦਾ ਓਮੇਗਾ ਦੇ ਉੱਪਰ ਕੋਈ ਇਫੈਕਟ ਨਹੀਂ, ਵਾਪਸ ਓਮੇਗਾ ਹੀ ਆ ਜਾਣਾ। ਤਾਂ ਇਟ ਮੀਨਸ ਇਹਦਾ ਵੀ ਆਂਸਰ ਓਮੇਗਾ ਹੋ ਗਿਆ, ਇਹਦਾ ਵੀ ਆਂਸਰ ਓਮੇਗਾ ਹੋ ਗਿਆ, ਇਹਦਾ ਵੀ ਆਂਸਰ ਓਮੇਗਾ ਹੋ ਗਿਆ। ਤਾਂ ਇਹ ਓਮੇਗਾ ਕਿੰਨੇ ਟਾਈਮਸ ਮਲਟੀਪਲਾਈ ਹੋ ਗਿਆ? n ਟਾਈਮਸ ਓਮੇਗਾ ਦੀ n, ਔਰ ਓਮੇਗਾ ਕਿਉਂਕਿ ਪ੍ਰਿਮਿਟਿਵ nth ਰੂਟ ਆਫ ਯੂਨਿਟੀ ਹੈ ਤਾਂ 1 ਆਏਗਾ ਹੀ ਆ। ਸੋ देयरफॉर ਯੂਜ਼ਿੰਗ ਦਾ ਫੋਲੋਇੰਗ ਰਿਜ਼ਲਟ, ਤਾਂ ਇਸ ਰਿਜ਼ਲਟ ਦੇ ਵਿੱਚ ਜੋ ਕੰਡੀਸ਼ਨ ਸੀਗੀਆਂ ਸਾਰੀਆਂ ਆਪਣੇ ਕੋਲ ਇਸ ਥਿਓਰਮ ਦੇ ਵਿੱਚ ਹੈਗੀਆਂ ਨੇ, ਤੁਸੀਂ ਦੇਖ ਸਕਦੇ ਹੋ। E is a finite extension of f because we are dealing with first implies second, so E is a finite extension ਹੈਗਾ। GE/F ਸਾਈਕਲਿਕ ਗਰੁੱਪ ਹੋਣਾ ਚਾਹੀਦਾ ਹੈ, ਉਹ ਵੀ ਹੈਗਾ ਕਿਉਂਕਿ E ਆਪਾਂ ਨੂੰ ਗਿਵਨ ਹੈ ਸਾਈਕਲਿਕ ਐਕਸਟੈਂਸ਼ਨ, ਤਾਂ GE/F ਸਾਈਕਲਿਕ ਗਰੁੱਪ ਵੀ ਹੈ। ਤੇ ਓਮੇਗਾ ਬਿਲੋਂਗਿੰਗ ਟੂ E, ਓਮੇਗਾ ਕਿਉਂਕਿ F ਨੂੰ ਬਿਲੋਂਗ ਕਰਦਾ ਤਾਂ ਆਬਵੀਅਸਲੀ F ਦਾ ਐਕਸਟੈਂਸ਼ਨ E ਹੈ, ਤਾਂ ਓਮੇਗਾ E ਨੂੰ ਵੀ ਬਿਲੋਂਗ ਕਰਦਾ ਹੈ, ਔਰ ਇਹ ਕੰਡੀਸ਼ਨ ਨਾਲ ਸੈਟੀਸਫਾਈ ਹੋਣੀ ਚਾਹੀਦੀ ਹੈ। ਇਹ ਹੁਣੀ ਅਸੀਂ ਵੈਰੀਫਾਈ ਕਰ ਲਈ ਕਿ ਵੈਲਿਡ ਹੈ। So the result is, so we will use now this point, the result is there exists alpha belonging to E star such that omega equal to sigma alpha into alpha inverse। So there exists alpha belonging to E using the previous result such that sigma alpha equal to omega alpha। So अगर sigma alpha equal to omega alpha हैगा तो sigma I alpha is equal to omega I alpha होएगा। How is it possible? Let us check it। sigma ਨੂੰ 1 times ਅਸੀਂ ਅਪਲਾਈ ਕੀਤਾ alpha ਦੇ ਉੱਪਰ, ਹੁਣ ਜੇ sigma ਨੂੰ ਅਸੀਂ repeatedly ਅਪਲਾਈ ਕਰਾਂਗੇ, ਜਿਵੇਂ suppose ਅਸੀਂ sigma square ਜੇ solve ਕਰਨਾ ਹੈਗਾ alpha ਦੇ ਉੱਪਰ, ਤਾਂ ਪਹਿਲਾਂ ਇੱਕ ਸਿਗਮਾ ਅਪਲਾਈ ਹੋਇਆ, ਆਨਸਰ ਆ ਗਿਆ ਓਮੇਗਾ ਅਲਫਾ, ਤੇ ਇੱਕ ਸਿਗਮਾ ਅਪਲਾਈ ਹੋ ਗਿਆ ਤੇ ਇੱਕ ਸਿਗਮਾ ਪੈਂਡਿੰਗ ਰਹਿ ਗਿਆ। ਓਮੇਗਾ ਅਲਫਾ ਜਿਹੜਾ ਹੈ ਇਸ ਦੇ ਵਿੱਚ ਸਿਗਮਾ ਦੋਵਾਂ ਨਾਲ ਅਲੱਗ-ਅਲੱਗ ਹੋ ਜਾਏਗਾ, ਸਿਗਮਾ ਓਮੇਗਾ ਇਨਟੂ ਸਿਗਮਾ ਅਲਫਾ। ਹੁਣ ਦੋਵਾਂ ਨਾਲ ਅਲੱਗ-ਅਲੱਗ ਹੋਇਆ, ਬਟ ਸਿਗਮਾ ਓਮੇਗਾ ਇਜ਼ ਇਕੁਅਲ ਟੂ ਓਮੇਗਾ ਹੀ ਸੀਗਾ, ਪਹਿਲਾਂ ਵੀ ਡਿਸਕਸ਼ਨ ਹੋਈ, ਤਾਂ ਇਹ ਵਾਪਸ ਓਮੇਗਾ ਹੀ ਰਹਿ ਗਿਆ। ਤੇ ਸਿਗਮਾ ਅਲਫਾ ਦੀ ਵੈਲਿਊ ਕੀ ਹੈਗੀ ਹੈ? ਓਮੇਗਾ ਅਲਫਾ। ਤਾਂ ਇਹ ਕਿੰਨਾ ਬਣ ਗਿਆ ਸਾਡੇ ਕੋਲ? ਓਮੇਗਾ ਸਕੁਅਰ ਅਲਫਾ।
ਤਾਂ ਤੁਸੀਂ ਉਰੇ ਦੇਖ ਸਕਦੇ ਹੋ ਜੇ ਸਿਗਮਾ ਸਕੁਅਰ ਅਲਫਾ ਲਿੱਤਾ ਤਾਂ ਆਨਸਰ ਵੀ ਕੀ ਆਇਆ ਓਮੇਗਾ ਸਕੁਅਰ ਅਲਫਾ। ਸੋ ਇਨ ਜਨਰਲ ਵੀ ਤੁਸੀਂ ਇਹਨੂੰ ਅਪਲਾਈ ਕਰਕੇ ਦੇਖ ਸਕਦੇ ਹੋ, ਸਿਗਮਾ 3 ਵਾਸਤੇ ਵੀ ਸਿਗਮਾ 4 ਵਾਸਤੇ ਵੀ ਯੂ ਵਿਲ ਗੈਟ always ਜਿੰਨੀ ਉਰੇ ਪਾਵਰ ਹੈ ਉਨੀ ਉਰੇ ਓਮੇਗਾ ਦੀ ਪਾਵਰ ਆ ਜੀ। ਸੋ ਸਿਗਮਾ i alpha is equal to omega I alpha and this I varies from 1 to 3 sub to so on, ਜਿੰਨੇ ਮਰਜ਼ੀ ਲਈ ਤੁਸੀਂ ਚੈੱਕ ਕਰ ਸਕਦੇ। then for all I varying from 1 to so on sigma i's, ਹੁਣ ਅਸੀਂ ਕਿਉਂ sigma i's ਦੀ ਗੱਲ ਕਰਦੇ ਪਏ ਹਾਂ ਕਿਉਂਕਿ GE/F ਆਪਣਾ ਸਾਈਕਲਿਕ ਸੀਗਾ, ਠੀਕ ਹੈ, ਔਰ ਉਸਦਾ ਜਨਰੇਟਰ ਸੀਗਾ ਸਿਗਮਾ। ਤਾਂ ਇਟ ਮੀਨਸ ਇਸ ਦੇ ਵਿੱਚ ਸਾਰੇ ਮੈਂਬਰਸ ਜਿਹੜੇ ਹੈਗੇ ਨੇ ਉਹ ਕਿਹੋ ਜਿਹੇ ਹੋਣਗੇ, ਆਇਡੈਂਟੀਟੀ ਸਿਗਮਾ, ਸਿਗਮਾ ਦੀਆਂ ਪਾਵਰਸ ਸਿਗਮਾ ਸਕੁਅਰ ਸਿਗਮਾ 3 ਐਵੇਂ। ਤਾਂ ਜਿਹੜਾ GE/F ਹੈ ਉਸ ਦੇ ਵਿੱਚ ਸਾਰੀਆਂ ਆਟੋਮੋਰਫਿਜ਼ਮਸ ਇਹੋ ਜਿਹੀਆਂ ਹੀ ਹੈ। ਸੋ ਦੈਟਸ ਵਾਈ ਅਸੀਂ ਸਿਗਮਾ ਆਈਜ਼ ਦੀ ਗੱਲ ਕਰਦੇ ਪਏ ਹਾਂ। ਹੁਣ ਅਸੀਂ ਇਹ ਵਾਲਾ ਸਟੈਪ ਜਿਹੜਾ ਹੈ ਇਹ ਜਾਣ ਕੇ ਹੁਣ ਸੋਲਵ ਕਰਦੇ ਪਏ ਹਾਂ, ਇਸ ਦਾ ਰੀਜ਼ਨ ਤੁਹਾਨੂੰ ਨੈਕਸਟ ਸਟੈਪਸ ਦੇ ਵਿੱਚ ਪਤਾ ਲੱਗ ਜਾਊਗਾ। ਸਿਗਮਾ ਆਈ ਨੂੰ ਅਸੀਂ ਅਲਫਾ ਰੇਜ਼ ਟੂ ਪਾਵਰ n ਦੇ ਉੱਪਰ ਅਪਲਾਈ ਕਰਦੇ ਹਾਂ। So what will be the reason behind this? Will clarify you in the next step. So sigma I alpha n, क्योंकि sigma i automorphism है तो एलिमेंट की जो पावर है वो होल पावर ਦੇ ਵਿੱਚ ਕਨਵਰਟ ਹੋ ਜਾਂਦਾ ਹੁੰਦਾ है। So sigma I alpha whole raised to power है, और sigma I alpha ਦੀ ਜਿਹੜੀ ਵੈਲਿਊ ਹੈ ਉਹ ਆਪਣੇ ਕੋਲ ਇਹ ਸੀਗੀ omega I alpha। So omega I alpha ਦੀ ਪਾਵਰ n, that means omega I n alpha ਦੀ ਪਾਵਰ है, और omega ਦੀ n ਜਿਹੜਾ ਹੈ ਕਿਉਂਕਿ ਪ੍ਰਿਮਿਟਿਵ nth ਰੂਟ ਸੀਗਾ, ਸੋ ਦੈਟਸ ਵਾਈ ਇਹ ਓਮੇਗਾ ਦੀ n ਜਿਹੜਾ ਹੈਗਾ 1 ਹੋ ਗਿਆ। ਸੋ ਤੁਹਾਡੇ ਕੋਲ ਕੀ ਰਹਿ ਗਿਆ, ਕੱਲਾ ਅਲਫਾ ਦੀ ਪਾਵਰ ਹੈ। ਸੋ ਇੱਕ ਚੀਜ਼ ਅਗਰ ਆਪਾਂ ਚੈੱਕ ਕਰੀਏ ਉਰੇ ਕਿ ਸਿਗਮਾ i ਦੇ ਵਿੱਚ ਜਦੋਂ ਅਸੀਂ ਅਲਫਾ n ਸਬਸਟੀਟਿਊਟ ਕੀਤਾ ਵਾਪਸ ਅਲਫਾ n ਆ ਗਿਆ, ਔਰ ਇਟ ਮੀਨਸ ਸਿਗਮਾ i ਜਿਹੜਾ ਹੈ i ਸਾਡਾ ਵੇਰੀ ਕਰਦਾ, ਤਾਂ ਸਿਗਮਾ ਨੇ ਸਿਗਮਾ ਸਕੁਅਰ ਨੇ ਸਿਗਮਾ ਕਿਊਬ ਨੇ ਸਾਰਿਆਂ ਨੇ ਇਸ ਅਲਫਾ n ਨੂੰ ਕੀ ਕੀਤਾ, ਫਿਕਸ ਕੀਤਾ। ਔਰ ਜਿਹੜੀਆਂ ਸਾਰੀਆਂ ਆਟੋਮੋਰਫਿਜ਼ਮਸ ਇਹੋ ਜਿਹੀਆਂ ਹੀ ਸੀਗੀਆਂ ਸਾਡੇ ਕੋਲ GE/F ਦੇ ਵਿੱਚ, GE/F ਜਿਹੜਾ ਸੀਗਾ ਉਹ ਆਹੀ ਸਾਰੀਆਂ ਆਟੋਮੋਰਫਿਜ਼ਮਸ ਨੂੰ ਲੈ ਕੇ ਬਣਿਆ ਹੋਇਆ ਸੀ। ਤਾਂ ਇਹਨਾਂ ਸਾਰੀਆਂ ਨੇ ਅਲਫਾ n ਨੂੰ ਫਿਕਸ ਕਰ ਲਿਆ। ਤਾਂ ਜਦੋਂ ਸਾਰੀਆਂ ਆਟੋਮੋਰਫਿਜ਼ਮਸ ਇੱਕ ਐਲੀਮੈਂਟ ਨੂੰ ਫਿਕਸ ਕਰ ਲੈਂਦੀਆਂ, ਉਹ ਐਲੀਮੈਂਟ ਕਿਹਦੇ ਵਿੱਚ ਚਲਾ ਜਾਂਦਾ, ਫਿਕਸਡ ਫੀਲਡ ਦੇ ਵਿੱਚ। ਜਾਂ ਤੁਸੀਂ ਐਵੇਂ ਕਹਿ ਲਓ ਕਿ GE/F ਸੀਗਾ ਔਰ GE/F, ਠੀਕ ਹੈ, ਔਰ E ਕਿਉਂਕਿ ਸਾਈਕਲਿਕ ਐਕਸਟੈਂਸ਼ਨ ਹੈਗਾ ਤਾਂ ਇਸ ਕਰਕੇ ਸਾਈਕਲਿਕ ਐਕਸਟੈਂਸ਼ਨ ਫਾਈਨਾਈਟ ਸੈਪਰੇਬਲ ਐਂਡ ਨਾਰਮਲ। ਤਾਂ ਫੰਡਾਮੈਂਟਲ ਥਿਊਰਮ ਆਫ ਗੈਲਵਾ ਥਿਊਰੀ ਇਹੀ ਕਹਿੰਦੀ ਸੀ ਕਿ ਜਿਹੜਾ GE/F ਹੈ ਉਸ ਦੇ ਲਈ ਇਹੀ F ਫਿਕਸਡ ਫੀਲਡ ਹੋਏਗਾ। ਸੋ ਜਿਹੜਾ ਅਲਫਾ ਦੀ ਪਾਵਰ n ਹੈ ਉਹ ਆਪਣੀ ਫਿਕਸਡ ਫੀਲਡ ਯਾਨੀ F ਨੂੰ ਬਿਲੋਂਗ ਕਰਦਾ ਹੈ, ਤੇ ਅਲਫਾ ਦੀ n ਅਗਰ F ਨੂੰ ਬਿਲੋਂਗ ਕਰਦਾ ਹੈ ਸੋ ਟੇਕ B is equal to this alpha n, ਬਿਕੋਜ਼ ਸੈਕੰਡ ਪਾਰਟ ਨੂੰ ਪ੍ਰੂਫ ਕਰਨ ਲਈ ਅਸੀਂ ਇਹ ਵੈਰੀਫਾਈ ਕਰਨਾ ਸੀਗਾ ਨਾ ਕਿ E ਇਸ ਪੋਲੀਨੋਮੀਅਲ ਦਾ ਸਪਲਿਟਿੰਗ ਫੀਲਡ ਹੋਏਗਾ ਔਰ ਇਹ ਪੋਲੀਨੋਮੀਅਲ ਜਿਹੜੀ ਹੈ ਕਿਹੜੀ ਫੀਲਡ ਦੇ ਵਿੱਚ ਹੋਵੇ, Fx ਦੇ ਵਿੱਚ ਹੋਵੇ। ਤਾਂ ਹੁਣ ਜਿਹੜਾ ਅਲਫਾ ਦੀ ਪਾਵਰ n ਹੈ ਸਾਨੂੰ ਪਤਾ ਲੱਗ ਗਿਆ F ਨੂੰ ਬਿਲੋਂਗ ਕਰਦਾ ਪਿਆ, ਤਾਂ ਅਸੀਂ xn minus b ਪੋਲੀਨੋਮੀਅਲ ਬਣਾਈ, ਇਹੀ ਅਲਫਾ n ਨੂੰ ਅਸੀਂ b ਕਹਿ ਦਿੱਤਾ। ਤਾਂ ਇਹ ਪੋਲੀਨੋਮੀਅਲ ਹੁਣ ਸ਼ਿਓਰਲੀ ਕਿਹਨੂੰ ਬਿਲੋਂਗ ਕਰਨ ਲੱਗ ਪਈ, Fx। ਹੁਣ ਇਸ ਪੋਲੀਨੋਮੀਅਲ ਬਾਰੇ ਕੀ ਅਸੀਂ ਵੈਰੀਫਾਈ ਕਰਨਾ ਸੀਗਾ, ਲੈਟ ਅਸ ਸੀ। ਇਸ ਪੋਲੀਨੋਮੀਅਲ ਬਾਰੇ ਅਸੀਂ ਵੈਰੀਫਾਈ ਕਰਨਾ ਕਿ ਇਹੋ ਜੀ ਪੋਲੀਨੋਮੀਅਲ ਜਿਹੜੀ ਅਸੀਂ ਬਣਾਈ ਹੈ ਇਟ ਇਜ਼ ਇਰਰੈਡਿਊਸਿਬਲ ਔਰ A ਦਾ ਸਪਲਿਟਿੰਗ ਫੀਲਡ ਹੈ ਤੇ E ਇਕੁਅਲ ਟੂ F ਅਲਫਾ ਹੈ। ਤਾਂ ਇਹ ਚੀਜ਼ ਦੇਖੋ ਕਿਵੇਂ ਵੈਰੀਫਾਈ ਹੋ ਰਹੀ ਹੈ। ਹੁਣ ਇਸ ਪੋਲੀਨੋਮੀਅਲ ਦੇ ਜੇਕਰ ਅਸੀਂ ਰੂਟਸ ਫਾਈਂਡ ਕਰੀਏ ਸਾਰੇ ਦੇ ਸਾਰੇ ਕੀ ਹੋਣਗੇ ਇਹਦੇ ਰੂਟਸ। ਇੱਕ ਰੂਟ ਇਸ ਪੋਲੀਨੋਮੀਅਲ ਦਾ ਤੁਸੀਂ ਈਜ਼ੀਲੀ ਚੈੱਕ ਕਰ ਸਕਦੇ ਹੋ, xn minus b ਦੀ ਵੈਲਿਊ ਜੇ ਮੈਂ ਐਗਜ਼ੈਕਟ ਪੁੱਟ ਕਰ ਲਾਂ ਅਲਫਾ n, ਤਾਂ ਇੱਕ ਰੂਟ ਇਸ ਪੋਲੀਨੋਮੀਅਲ ਦਾ ਹੈਗਾ x ਇਕੁਅਲ ਟੂ ਅਲਫਾ, ਇਹ ਇਸ ਦਾ ਇੱਕ ਰੂਟ ਹੈਗਾ। ਤੇ ਬਾਕੀ ਦੇ ਰੂਟਸ ਤੁਸੀਂ ਇਹਦੇ ਕਿਵੇਂ ਆਬਟੇਨ ਕਰ ਸਕਦੇ ਹੋ, ਬਾਕੀ ਦੇ ਰੂਟਸ ਅਗਰ ਇਹਦੇ ਆਬਟੇਨ ਕਰਨੇ ਆ ਸੋ xn is equals to alpha n, ਠੀਕ ਹੈ, xn is equal to alpha n। ਇਹ n ਪਾਵਰ ਜਿਹੜੀ ਹੈ ਇੱਧਰ ਆ ਕੇ ਪਾਵਰ 1/n ਹੋਏਗੀ, ਉਰੇ ਅਲਫਾ ਬਚੇਗਾ ਤੇ 1 ਦੀ ਪਾਵਰ 1/n ਬਚੇਗਾ, ਠੀਕ ਹੈ, ਕਿਉਂਕਿ ਜਦੋਂ ਅਸੀਂ nth ਰੂਟ ਸੋਲਵ ਕਰਦੇ ਹਾਂ ਯੂਨਿਟੀ ਦੇ ਸਾਰੇ ਇਹੀ ਪ੍ਰੋਸੈਸ ਹੁੰਦਾ ਹੈਗਾ। ਅਲਫਾ ਦੀ 1/n ਪਾਵਰ ਕੀਤੀ ਅਲਫਾ ਆ ਗਿਆ ਔਰ ਇਨਟੂ 1 ਦੀ ਪਾਵਰ 1/n, ਔਰ 1 ਦੀ ਪਾਵਰ 1/n ਦਾ ਮਤਲਬ ਕੀ ਹੋ ਗਿਆ, ਸਾਰੇ ਦੇ ਸਾਰੇ nth ਰੂਟ ਆਫ ਯੂਨਿਟ। ਤਾਂ ਇਟ ਮੀਨਸ ਇਸ ਪੋਲੀਨੋਮੀਅਲ ਦੇ ਸਾਰੇ ਰੂਟਸ ਕਿਹੜੇ ਕਿਹੜੇ ਹੋਣਗੇ, ਇੱਕ ਅਲਫਾ ਹੋ ਗਿਆ, ਇੱਕ ਓਮੇਗਾ ਅਲਫਾ ਹੋ ਗਿਆ, ਫਿਰ ਠੀਕ ਹੈ ਇਸ 1 ਦੀ ਪਾਵਰ 1/n ਦੀਆਂ ਪੋਸੀਬਲ ਵੈਲਿਊਜ਼ ਓਮੇਗਾ ਸਕੁਅਰ ਅਲਫਾ ਹੋ ਗਿਆ, ਸੋ ਔਨ ਓਮੇਗਾ n minus 1 ਅਲਫਾ ਹੋ ਗਿਆ। ਤਾਂ ਇਹ ਸਾਰੇ ਇਸ ਪੋਲੀਨੋਮੀਅਲ ਦੇ ਰੂਟਸ ਹੈ ਔਰ ਇਸੇ ਕਰਕੇ ਹੀ ਮੈਂ ਲਿਖਿਆ ਹੈਗਾ ਕਿ ਇਹ ਜਿਹੜੀ ਪੋਲੀਨੋਮੀਅਲ ਹੈ xn minus b ਉਹਦੇ ਆਹ ਵਾਲੇ ਸਾਰੇ ਰੂਟਸ ਹੈ ਓਮੇਗਾ i ਅਲਫਾ ਔਰ ਇਹਨਾਂ ਦੇ ਹੀ ਫੈਕਟਰਸ ਬਣਾਏ ਹੋਏ ਲੀਨੀਅਰ ਫੈਕਟਰ, ਮਤਲਬ ਐਵੇਂ ਲਿਖਿਆ ਹੋਇਆ ਹੈ x minus ਅਲਫਾ x minus ਓਮੇਗਾ ਅਲਫਾ, ਠੀਕ ਹੈ। ਉਰੇ ਤੁਸੀਂ ਦੇਖ ਸਕਦੇ ਹੋ n ਤੱਕ ਲਿਖਿਆ ਹੋਇਆ, ਇਹ ਵਾਲਾ ਫੈਕਟਰ ਚਾਹੇ ਰਹਿਣ ਦੋ, 1 ਤੋਂ ਸਟਾਰਟ ਕੀਤਾ ਤਾਂ ਲਾਸਟ ਵਿੱਚ ਤੁਹਾਡੇ ਕੋਲ ਆ ਜਾਏਗਾ x minus omega n ਅਲਫਾ, omega n 1 ਹੈ ਤਾਂ ਇਹ ਵਾਲਾ ਫੈਕਟਰ x minus ਅਲਫਾ ਬਣ ਜਾਊਗਾ। ਸੋ x minus ਅਲਫਾ ਤੋਂ ਸਟਾਰਟ ਕਰਨ ਦੀ ਬਜਾਏ omega ਦੀ ਪਾਵਰ 1 ਤੋਂ ਸਟਾਰਟ ਕਰਕੇ omega ਦੀ n ਤੱਕ ਲਿਖਿਆ, ਬਟ omega ਦੀ n ਕਿਉਂਕਿ ਆਪਣੇ ਕੋਲ 1 ਹੋ ਜਾਣਾ x minus ਅਲਫਾ ਐਂਡ ਦੇ ਵਿੱਚ ਆ ਜਾਊਗਾ। ਤਾਂ ਆਹੀ ਵਾਲੇ ਸਾਰੇ ਰੂਟਸ ਤੋਂ ਇਹ ਫੈਕਟਰ ਬਣੇ ਹੋਏ ਨੇ ਤੁਹਾਡੇ ਕੋਲ, ਤੁਸੀਂ ਚੈੱਕ ਕਰ ਸਕਦੇ।
So that's why we can write xn minus b like this. So xn minus b here. Now we will show that xn minus b is irreducible over f. ਤਾਂ ਇਹਨੂੰ irreducible ਅਗਰ ਸ਼ੋ ਕਰਨਾ ਹੈ, ਜੇ ਤੁਸੀਂ ਮੰਨ ਲਓਗੇ ਕਿ ਇਹ reducible ਹੈ, so let us suppose ਇਹਦੇ ਆ ਦੋ ਫੈਕਟਰਸ ਬਣ ਗਏ। ਤੇ ਅਸੀਂ ਫਿਰ ਪਹਿਲਾਂ ਵੀ ਡਿਸਕਸ਼ਨ ਕੀਤੀ ਹੈ ਕਿ ਜਦੋਂ ਕੋਈ ਪੋਲੀਨੋਮੀਅਲ reducible ਹੁੰਦੀ ਹੈ ਤਾਂ ਅਸੀਂ ਉਹਨੂੰ ਉਦੋਂ ਤੱਕ ਫੈਕਟਰਾਈਜ਼ ਕਰ ਸਕਦੇ ਹਾਂ ਜਦ ਤੱਕ irreducible ਫੈਕਟਰ ਨਾ ਆ ਜਾਏ। ਤਾਂ ਅਸੀਂ fx ਇਹਦਾ ਇਹ ਮੰਨ ਲਿਆ ਹੈਗਾ ਕਿ fx ਕੀ ਹੈ, ਨਾਨ ਕਨਸਟੈਂਟ irreducible ਮੋਨਿਕ ਪੋਲੀਨੋਮੀਅਲ ਓਵਰ f। ਤਾਂ fx ਇਹਦਾ ਇੱਕ ਫੈਕਟਰ ਹੈ ਜਿਹੜਾ ਕਿ ਨਾਨ ਕਨਸਟੈਂਟ ਹੈ, ਯਾਨੀ ਪ੍ਰੋਪਰ ਪੋਲੀਨੋਮੀਅਲ ਹੈ, irreducible ਮੋਨਿਕ ਪੋਲੀਨੋਮੀਅਲ। और ऑब्वियसली क्योंकि आप मॉनिक हैगी है तो ਅਸੀਂ ਇਹਦੇ ਫੈਕਟਰਸ ਵੀ ਮੋਨਿਕ ਦੇ ਵਿੱਚ ਵੀ ਸਪੋਜ਼ ਕਰ ਸਕਦੇ ਹਾਂ। ਤਾਂ ਇਹ ਇਰਰੀਡਿਊਸਿਬਲ ਮੋਨਿਕ ਪੋਲੀਨੋਮੀਅਲ ਹੈਗੀ ਹੈ ਜਿਹੜੀ ਕਿ xn b ਦਾ ਇੱਕ ਫੈਕਟਰ ਹੈ। ਹੁਣ ਅਸੀਂ ਕੁਐਸਚਨ ਨੂੰ ਜਸਟੀਫਾਈ ਕਿਵੇਂ ਕਰਾਵਾਂਗੇ? ਅਸੀਂ fx ਨੂੰ ਇਰਰੀਡਿਊਸਿਬਲ ਲੈਟ ਕਰ ਲਿਆ ਤੇ ਜੇਕਰ ਮੈਂ ਇਹ ਪ੍ਰੂਫ ਕਰਦਾ ਕਿ xn b ਦੀ ਵੈਲਿਊ ਪੂਰੀ ਦੀ ਪੂਰੀ fx ਦੇ ਹੀ ਬਰਾਬਰ ਹੈ, ਇਹ gx ਹੈ ਹੀ ਹੋਈ ਨਹੀਂ, gx ਦੀ ਵੈਲਿਊ 1 ਹੀ ਹੈ। ਤਾਂ ਜੇ xn b ਨੂੰ ਸਾਰੇ ਦੇ ਸਾਰੇ ਨੂੰ fx ਦੇ ਬਰਾਬਰ ਪ੍ਰੂਫ ਕਰਤਾ ਤਾਂ fx ਇਰਰੀਡਿਊਸਿਬਲ ਹੈ, ਤਾਂ xn b ਜਿਹੜਾ ਹੈਗਾ ਉਹ ਵੀ ਕੀ ਹੋ ਜਾਊਗਾ, ਇਰਰੀਡਿਊਸਿਬਲ। ਸੋ ਉਸ ਦੇ ਲਈ ਹੁਣ ਕੀ ਕਰਾਂਗੇ ਫਿਰ ਇਰਰੀਡਿਊਸਿਬਲ ਇਹਨੂੰ ਪ੍ਰੂਫ ਕਰਨ ਦੇ ਲਈ? ਇਸ ਦੇ ਸਾਰੇ ਰੂਟਸ ਅਸੀਂ ਫਾਈਂਡ ਕਰ ਚੁੱਕੇ ਹਾਂ। ਦੇਖੋ ਆ ਸਾਰੇ ਇਹਦੇ ਰੂਟਸ ਨੇ, i ਨੂੰ 1 to n ਤੁਸੀਂ ਪੁੱਟ ਕਰੋ, ਸਾਰੇ ਰੂਟਸ ਇਹਦੇ ਆ ਜਾਣੇ ਤੁਹਾਡੇ ਕੋਲ ਸਾਹਮਣੇ, ਠੀਕ ਹੈ। ਓਮੇਗਾ ਸਕੁਅਰ ਅਲਫਾ, ਓਮੇਗਾ ਅਲਫਾ ਐਂਡ ਲਾਸਟ ਇਜ਼ ਓਮੇਗਾ n ਅਲਫਾ ਵਿਚ ਇਜ਼ ਅਲਫਾ ਆਲਸੋ। ਤਾਂ ਇਹ ਸਾਰੇ ਇਹਦੇ ਰੂਟਸ ਹੈ। ਤਾਂ ਜੇਕਰ ਮੈਂ ਇਹ ਪ੍ਰੂਫ ਕਰਦਾ ਕਿ ਇਹੀ ਸਾਰੇ ਰੂਟਸ fx ਦੇ ਵੀ ਹੈਗੇ ਨੇ, ਇਸ ਪੋਲੀਨੋਮੀਅਲ ਦੇ ਵੀ ਹੈਗੇ ਨੇ, ਤਾਂ ਫਿਰ ਨੋ ਡਾਊਟ ਦੋਵੇਂ ਦੀਆਂ ਦੋਵੇਂ ਪੋਲੀਨੋਮੀਅਲਸ ਇਕੁਅਲ ਹੋ ਜਾਣਗੇ। ਸੋ ਹੁਣ ਸਾਡਾ ਟਾਰਗੇਟ ਇਹੀ ਹੈ ਕਿ ਇਹ ਸਾਰੇ ਰੂਟਸ ਜਿਹੜੇ xn b ਦੇ ਹੈ, ਇਹ ਸਾਰੇ ਰੂਟਸ ਅਸੀਂ ਪ੍ਰੂਫ ਕਰ ਦਈਏ fx ਦੇ ਵੀ ਹੈਗੇ। ਹੁਣ ਉਹ ਕਿਵੇਂ ਹੋਣਾ? ਹੁਣ ਆਬਵੀਅਸਲੀ xn b ਦਾ ਇੱਕ ਫੈਕਟਰ ਹੈ fx, ਤਾਂ ਕੁਝ ਰੂਟਸ ਤਾਂ ਇਹ ਸ਼ੇਅਰ ਕਰੂਗਾ ਹੀ ਕਰੂਗਾ। ਸੋ ਲੈਟ ਅਸ ਸਪੋਜ਼ ਦਿਸ ਇਜ਼ ਵਨ ਆਫ ਦਾ ਰੂਟਸ ਆਫ fx, ਠੀਕ ਹੈ। ਇਹ ਮੰਨ ਲਓ ਇੱਕ ਰੂਟ ਹੈਗਾ ਜਿਹੜਾ fx xn b ਦਾ ਸ਼ੇਅਰ ਕਰ ਰਿਹਾ ਹੈਗਾ, ਕਿਉਂਕਿ ਇਹਦਾ ਫੈਕਟਰ ਹੈ, ਇੱਕ ਰੂਟ ਇਹਨੇ ਸ਼ੇਅਰ ਕਰਨਾ ਹੀ ਕਰਨਾ ਘੱਟੋ ਘੱਟ। ਤਾਂ ਅਸੀਂ ਆਹ ਵਾਲਾ ਰੂਟ ਸਪੋਜ਼ ਕਰ ਲਿਆ। Now for each positive integer j, now we are choosing this j is a arbitrary integer, ठीक है, इस पे ध्यान रखियो, j is arbitrary and we are solving this value, and why we are solving this kind of value in next step ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ। sigma j minus i omega i alpha, ਇਸ ਵੈਲਿਊ ਨੂੰ ਅਸੀਂ ਸਿੰਪਲੀਫਾਈ ਕਰਦੇ ਪਏ ਹਾਂ ਜਾਣ ਕੇ। ਹੁਣ ਦੇਖਿਓ ਕਿਉਂ। sigma j minus i, again it is the automorphism, so ਦੋਵਾਂ ਨਾਲ ਅਲੱਗ-ਅਲੱਗ ਹੋ ਗਿਆ, sigma j minus i omega i, sigma j minus i alpha। ਤੇ ਸਿਗਮਾ j ਮਾਈਨਸ i ਓਮੇਗਾ i ਦੀ ਜਿਹੜੀ ਵੈਲਿਊ ਹੈਗੀ ਆ ਉਹ ਵਾਪਸ ਓਮੇਗਾ i ਹੀ ਹੋਏਗੀ। ਰੀਜ਼ਨ ਬੀਇੰਗ ਕਿਉਂਕਿ ਓਮੇਗਾ ਜਿਹੜਾ ਸੀਗਾ ਉਹ f ਨੂੰ ਬਿਲੋਂਗ ਕਰਦਾ ਸੀ, ਤੇ ਜੇ ਓਮੇਗਾ f ਨੂੰ ਬਿਲੋਂਗ ਕਰਦਾ ਸੀ, ਕਿਉਂਕਿ ਪ੍ਰਿਮਿਟਿਵ ਰੂਟ ਗਿਵਨ ਸੀਗਾ ਸਾਨੂੰ ਕੁਐਸਚਨ 'ਚ, ਤਾਂ ਓਮੇਗਾ ਦੀ ਸਾਰੀਆਂ ਪਾਵਰਸ ਵੀ f ਨੂੰ ਵੀ ਬਿਲੋਂਗ ਕਰਨਗੇ ਹੀ ਕਰਨਗੇ। ਔਰ f ਨੂੰ ਬਿਲੋਂਗ ਕਰਨ ਦਾ ਮਤਲਬ f ਫਿਕਸਡ ਫੀਲਡ ਸੀਗਾ ge by f ਦਾ, ਤਾਂ ਹਰੇਕ ਆਟੋਮੋਰਫਿਜ਼ਮ ਨੇ ਓਮੇਗਾ i ਨੂੰ ਫਿਕਸ ਕਰਨਾ ਹੀ ਕਰਨਾ। ਸੋ ਸਿਗਮਾ j ਮਾਈਨਸ i ਨੇ ਵੀ ਓਮੇਗਾ i ਨੂੰ ਫਿਕਸ ਕਰਤਾ, ਵਾਪਸ ਓਮੇਗਾ i ਆਨਸਰ ਆ ਗਿਆ। ਤੇ ਸਿਗਮਾ j ਮਾਈਨਸ i ਜਿਹੜਾ ਅਲਫਾ, ਜਿਹੜੀ ਉਸਦੇ ਵਿੱਚ ਸੈਕੰਡ ਟਰਮ ਸੀਗੀ, ਉਸ ਦੀ ਵੈਲਿਊ ਅਸੀਂ ਆਲਰੇਡੀ ਪਹਿਲਾਂ ਸੋਲਵ ਕੀਤੀ ਸੀ ਕਿ ਜੋ ਉਹਦੇ ਸਿਗਮਾ ਦੀ ਪਾਵਰ ਚ ਆਏਗਾ ਉਹੀ ਓਮੇਗਾ ਦੀ ਪਾਵਰ ਚ ਆਏਗਾ। ਸਟਾਰਟਿੰਗ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ। ਸੋ ਇਟ ਮੀਨਸ ਜਿਹੜਾ ਇਹ ਐਲੀਮੈਂਟ ਅਸੀਂ ਸੋਲਵ ਕਰਦੇ ਪਏ ਸੀ, ਇਹ ਸਾਰਾ ਸਾਡਾ ਸਿੰਪਲੀਫਾਈ ਹੋ ਗਿਆ। ਤਾਂ ਸਿਗਮਾ j ਮਾਈਨਸ i ਓਮੇਗਾ i ਦੇ ਉੱਪਰ ਅਪਲਾਈ ਸੀਗਾ ਪਹਿਲਾਂ, ਉਹਦਾ ਆਨਸਰ ਆ ਗਿਆ ਓਮੇਗਾ i। ਫਿਰ ਸਿਗਮਾ j ਮਾਈਨਸ i ਅਲਫਾ ਦੇ ਉੱਪਰ ਅਪਲਾਈਡ ਸੀਗਾ, ਠੀਕ ਹੈ। ਸਿਗਮਾ j ਮਾਈਨਸ i ਨੂੰ ਅਲਫਾ ਦੇ ਉੱਪਰ ਅਪਲਾਈ ਕੀਤਾ ਸੀ, ਉਹਦਾ ਆਨਸਰ ਆ ਗਿਆ ਓਮੇਗਾ j ਮਾਈਨਸ i। ਇਸ ਨੂੰ ਅਗਰ ਅਸੀਂ ਸਿੰਪਲੀਫਾਈ ਕਰੀਏ, ਇਹਨਾਂ ਦੋਵਾਂ ਪਾਵਰਸ ਨੂੰ ਐਡ ਕਰੀਏ, i ਕੈਨਸਲ ਹੋ ਜਾਊਗਾ, ਓਮੇਗਾ ਦੀ j ਅਲਫਾ ਰਹਿ ਜਾਊਗਾ। ਤਾਂ ਹੁਣ ਉਰੋਂ ਦੀ ਕੀ ਪਤਾ ਲੱਗਦਾ ਹੈ ਕਿ ਸਿਗਮਾ j ਮਾਈਨਸ i ਦੇ ਵਿੱਚ ਜਦੋਂ ਅਸੀਂ ਆਹ ਵਾਲਾ ਰੂਟ ਇਨਪੁਟ ਕੀਤਾ ਤਾਂ ਸਾਡੇ ਕੋਲ ਆਨਸਰ ਦੇ ਵਿੱਚ ਇਹ ਚੀਜ਼ ਆਈ। ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਕਿਉਂਕਿ j ਨੂੰ ਅਸੀਂ ਕੀ ਕਿਹਾ ਸੀਗਾ, ਇਟ ਇਜ਼ ਐਨੀ ਇੰਟੀਜਰ, j ਇਜ਼ ਐਨੀ ਇੰਟੀਜਰ, ਕੋਈ ਵੀ ਪੋਜ਼ਿਟਿਵ ਇੰਟੀਜਰ ਸੀਗਾ। ਤਾਂ ਅਗਰ ਕੋਈ ਵੀ ਪੋਜ਼ਿਟਿਵ ਇੰਟੀਜਰ ਹੈ ਤਾਂ ਮਤਲਬ ਓਮੇਗਾ, ਇਹਦਾ ਆਨਸਰ j ਦੀ ਵੈਲਿਊ ਜੇ 1 ਹੋਏਗੀ, ਠੀਕ ਹੈ ਨਾ। ਜੇ ਅਸੀਂ ਉਰੇ j ਦੀ ਵੈਲਿਊ ਮੰਨ ਲਓ 1 ਲੈ ਕੇ ਚੱਲਦੇ ਆ, ਸਿਗਮਾ 1 ਮਾਈਨਸ i ਓਮੇਗਾ i ਅਲਫਾ, ਇਹਨੂੰ ਅਪਲਾਈ ਕੀਤਾ ਤਾਂ ਆਨਸਰ ਆ ਗਿਆ ਜੀ ਓਮੇਗਾ ਅਲਫਾ। ਤੇ ਸਿਗਮਾ ਜਦੋਂ 2 ਮਾਈਨਸ i ਨੂੰ ਅਪਲਾਈ ਕੀਤਾ ਓਮੇਗਾ i ਅਲਫਾ ਤੇ, ਤਾਂ ਆਨਸਰ ਆ ਗਿਆ ਸਾਡੇ ਕੋਲ ਓਮੇਗਾ ਸਕੁਅਰ ਅਲਫਾ। ਤਾਂ ਇਹ ਹੋ ਕੀ ਰਿਹਾ ਆ, ਓਮੇਗਾ ਅਲਫਾ ਓਮੇਗਾ ਸਕੁਅਰ ਅਲਫਾ, ਇਹ ਸਾਰੇ ਕੀ ਆਉਂਦੇ ਪਏ ਐਟ ਦੀ ਐਂਡ। ਜੇ ਅਸੀਂ j ਨੂੰ n ਲਵਾਂਗੇ ਤਾਂ ਆਨਸਰ ਸਾਡੇ ਕੋਲ ਕੀ ਆਏਗਾ, when you solve j by taking j equal to n, at the end ਇਹ ਆਨਸਰ ਆਏਗਾ ਓਮੇਗਾ n। ਇਹ ਜਿਹੜੇ ਆਨਸਰਸ ਆਉਂਦੇ ਪਏ ਤੁਸੀਂ ਦੇਖ ਸਕਦੇ ਹੋ, ਇਹ ਸਾਰੇ ਉਹੀ ਨੇ ਜੋ xn b ਦੇ ਰੂਟਸ ਸੀਗੇ। ਤਾਂ ਅਸੀਂ ਕੀ ਜਸਟੀਫਾਈ ਕਰਨਾ ਚਾਹ ਰਹੇ ਹਾਂ ਇਸ ਸਟੈਪ ਦੇ ਵਿੱਚ, ਓਮੇਗਾ i ਅਲਫਾ ਕਿਹਦਾ ਰੂਟ ਸੀਗਾ, ਜਿਹੜਾ fx ਫੈਕਟਰ ਸੀਗਾ ਉਹਦਾ ਰੂਟ ਸੀਗਾ।
ਤੇ ਇਸ ਰੂਟ ਦੇ ਉੱਪਰ ਜਦੋਂ ਇਹ ਆਟੋਮੋਰਫਿਜ਼ਮਸ ਅਸੀਂ ਅਪਲਾਈ ਕੀਤੀਆਂ ਤਾਂ ਇਹ ਆਨਸਰ ਆਉਣ ਲੱਗ ਪਏ ਓਮੇਗਾ ਅਲਫਾ ਓਮੇਗਾ ਸਕੁਅਰ ਅਲਫਾ ਓਮੇਗਾ ਐਨ ਅਲਫਾ। ਬਟ ਸਾਨੂੰ ਪਤਾ ਹੈ ਐਫ ਆਟੋਮੋਰਫਿਜ਼ਮ ਜਿਹੜੀ ਹੁੰਦੀ ਹੈ रूट ऑफ ए पॉलिनोमियल ओवर एफ ਨੂੰ ਮੈਪ ਕਰਦੀ ਹੈ ਔਨ ਟੂ ਦੇ ਰੂਟ ਆਫ दैट ਪੋਲੀਨੋਮੀਅਲ, ਉਸੇ ਹੀ ਸੇਮ ਪੋਲੀਨੋਮੀਅਲ ਦੇ ਰੂਟ ਉੱਪਰ ਹੀ ਮੈਪ ਕਰਦੀ ਹੈ। ਜੇ ਓਮੇਗਾ ਆਈ ਅਲਫਾ ਐਫ ਐਕਸ ਦਾ ਇੱਕ ਰੂਟ ਸੀਗਾ ਤਾਂ ਜਦ ਅਸੀਂ ਸਿਗਮਾ 1 ਮਾਈਨਸ ਆਈ ਇਹਦੇ ਉੱਪਰ ਅਪਲਾਈ ਕੀਤਾ ਆਨਸਰ ਆਇਆ ਓਮੇਗਾ ਅਲਫਾ, ਸੋ ਇਟ ਵਿਲ ਆਲਸੋ ਬੀ ਅ ਰੂਟ ਆਫ ਐਫ ਐਕਸ। ਸਿਮਿਲਰਲੀ ਜਦੋਂ 2 ਮਾਈਨਸ ਆਈ ਨੂੰ ਓਮੇਗਾ ਆਈ ਅਲਫਾ ਤੇ ਅਪਲਾਈ ਕੀਤਾ ਆਨਸਰ ਆਇਆ ਓਮੇਗਾ ਸਕੁਅਰ ਅਲਫਾ, ਇਟ ਇਜ਼ ਆਲਸੋ ਅ ਰੂਟ ਆਫ ਐਫ ਐਕਸ। ਇਸੇ ਤਰ੍ਹਾਂ ਓਮੇਗਾ ਐਨ ਅਲਫਾ ਇਟ ਇਜ਼ ਆਲਸੋ ਅ ਰੂਟ ਆਫ ਐਫ ਐਕਸ। ਤਾਂ ਇਸ ਤਰ੍ਹਾਂ ਸੋ ਇਹ ਸਾਰੇ ਦੇ ਸਾਰੇ ਜਿਹੜੇ ਆਨਸਰ ਆਪਣੇ ਕੋਲ ਆਉਂਦੇ ਪਏ ਇਟ ਵਿਲ ਅਗੇਨ ਬੀ ਦਾ ਰੂਟਸ ਆਫ ਐਫ ਐਕਸ, ਇਹ ਪੁਆਇੰਟ ਇਹੀ ਜਸਟੀਫਾਈ ਕਰ ਰਹੇ। ਤੇ ਇਹ ਸਾਰੇ ਜਿਹੜੇ ਆਨਸਰ ਆਨੇ ਇਹ ਤਾਂ ਉਹੀ ਹੈ ਜੋ xn ਮਾਈਨਸ b ਦੇ ਰੂਟਸ ਸੀਗੇ। ਸੋ xn ਮਾਈਨਸ b ਦੇ ਸਾਰੇ ਰੂਟਸ fx ਨੂੰ ਵੀ ਸੈਟੀਸਫਾਈ ਕਰਦੇ ਆ। ਸੋ ਵੀ ਕੈਨ ਸੇ xn ਮਾਈਨਸ b ਐਂਡ fx ਬੋਥ ਆਰ ਇਕੁਅਲ। ਔਰ ਜੇ ਇਹ ਦੋਵੇਂ ਬਰਾਬਰ ਹੋ ਗਏ ਤਾਂ fx ਕੀ ਹੈ ਬਟ ਇਰਰੀਡਿਊਸਿਬਲ ਹੈ, ਤਾਂ ਇਸ ਕਰਕੇ xn ਮਾਈਨਸ b ਵੀ ਕੀ ਹੋਏਗਾ ਇਰਰੀਡਿਊਸਿਬਲ। ਤੇ ਅਗਲੀ ਗੱਲ ਜਿਹੜੀ ਅਸੀਂ ਪ੍ਰੂਫ ਕਰਨੀ ਸੀਗੀ ਕਿ E ਇਕੁਅਲ ਟੂ F ਅਲਫਾ ਹੈਗਾ, ਇਹ ਪ੍ਰੂਫ ਕਰਨਾ ਸੀ ਸੈਕੰਡਲੀ। 1 ਇੰਪਲਾਈਜ਼ 2 ਕਰਦੇ ਪਏ ਆ, E ਇਕੁਅਲ ਟੂ F ਅਲਫਾ ਪ੍ਰੂਫ ਕਰਨਾ। ਤਾਂ ਹੁਣ ਉਹਦੇ ਲਈ ਗੱਲ ਹੈ, ਬਸ ਛੋਟੇ ਜਿਹਾ ਪੁਆਇੰਟ ਇਹ ਵੀ ਹੈਗਾ ਇਸ ਦੇ ਵਿੱਚ। F ਅਲਫਾ ਓਵਰ F ਦੀ ਜੇ ਅਸੀਂ ਡਿਗਰੀ ਦੇਖੀਏ, ਠੀਕ ਹੈ, ਅਲਫਾ ਕਿਉਂਕਿ xn ਮਾਈਨਸ b ਪੋਲੀਨੋਮੀਅਲ ਦਾ ਇੱਕ ਰੂਟ ਹੈ, ਤਾਂ ਇਹ ਰੂਟ ਅਸੀਂ ਕਿਉਂਕਿ ਇਹ ਪੋਲੀਨੋਮੀਅਲ F ਓਵਰ ਤਾਂ ਆ ਗਈ ਇਰਰੀਡਿਊਸਿਬਲ, ਤਾਂ ਇਸ ਪੋਲੀਨੋਮੀਅਲ ਦਾ ਰੂਟ ਇਹਦੇ ਵਿੱਚ ਐਡਜੰਕਟ ਕਰ ਦਾਂਗੇ ਤਾਂ F ਦੀ ਐਕਸਟੈਂਸ਼ਨ ਬਣ ਗਈ F ਅਲਫਾ। ਔਰ ਇਹ ਡਾਇਮੈਂਸ਼ਨ ਹਮੇਸ਼ਾ ਕਿਹਦੇ ਬਰਾਬਰ ਹੁੰਦੀ ਹੈ, ਜਿਹੜੀ ਡਿਗਰੀ ਆਫ ਮਿਨੀਮਲ ਪੋਲੀਨੋਮੀਅਲ ਹੋਵੇ। ਤਾਂ ਅਲਫਾ ਦੇ ਲਈ ਇਹੀ ਪੋਲੀਨੋਮੀਅਲ ਮਿਨੀਮਲ ਹੋਗੀ ਕਿਉਂਕਿ ਇਰਰੀਡਿਊਸਿਬਲ ਪ੍ਰੂਫ ਕਰ ਲਿਆ ਯਾਨੀ n। ਬਟ E ਜਿਹੜਾ ਸਾਨੂੰ ਗਿਵਨ ਸੀਗਾ ਉਹਦੀ ਡਿਗਰੀ ਵੀ n ਸੀਗੀ, ਠੀਕ ਹੈ। ਤਾਂ ਉਰੇ ਆਪਣੇ ਕੋਲ f ਹੈ, f ਤੋਂ ਅਸੀਂ ਐਕਸਟੈਂਡ ਕਰਕੇ ਬਣਾਇਆ f ਅਲਫਾ, ਔਰ ਇਹ f ਅਲਫਾ ਫਰਦਰ E ਦੇ ਵਿੱਚ ਅਸੀਂ ਕਹਿ ਸਕਦੇ ਸੀ ਕੰਟੇਨਡ ਹੈ। ਬਟ ਇਹਦੀ ਡਾਇਮੈਂਸ਼ਨ ਵੀ n ਹੈ ਔਰ ਇਹਦੀ ਡਾਇਮੈਂਸ਼ਨ ਵੀ n ਹੈ। ਤਾਂ ਜੇ ਦੋਵੇਂ ਡਾਇਮੈਂਸ਼ਨਸ ਆਪਣੇ ਕੋਲ n ਹੈ ਤਾਂ ਇੱਕੋ ਇੱਕ ਪੋਸਿਬਿਲਿਟੀ ਇਹੀ ਹੈ ਕਿ E ਇਕੁਅਲ ਟੂ ਕੀ ਹੋਏਗਾ ਫਿਰ f ਅਲਫਾ ਹੀ ਹੋਏਗਾ, ਵੇਅਰ ਅਲਫਾ ਇਜ਼ ਅ ਰੂਟ ਆਫ xn ਮਾਈਨਸ b। ਇਹੀ ਅਸੀਂ 1 implies 2 ਚ ਜਸਟੀਫਾਈ ਕਰਨਾ ਸੀ। ਨਾਓ ਕਨਵਰਸਲੀ ਸੈਕੰਡ implies 1. Now second implies 1, let us suppose C belonging to E is a root of this polynomial. जो second point ਦੇ assumptions ਹੈ ਉਹ ਅਸੀਂ ਲੈ ਲਿਆ ਹੈਗੇ। C ਇਸ polynomial ਦਾ root ਹੈ ਜਿਹੜਾ E ਦੇ ਵਿੱਚ ਹੈ। So B is equal to Cn, क्योंकि जे C is the root हैगा ਤਾਂ Cn minus B will be equal to 0. So B ਦੀ value ਕਿੰਨੀ ਆ ਗਈ ਸਾਡੇ ਕੋਲ C power ਹੈ। So clearly ਜਿਵੇਂ ਅਸੀਂ ਪਹਿਲਾਂ ਵੀ ਸੋਲਵ ਕੀਤਾ ਸੀ, ਜੇ ਇਹ ਵਾਲਾ b c ਦੀ ਪਾਵਰ n ਹੈ ਤਾਂ ਸਾਰੇ ਰੂਟਸ ਇਸ ਪੋਲੀਨੋਮੀਅਲ ਦੇ ਕਿਹੜੇ ਕਿਹੜੇ ਹੋਣਗੇ, ਇੱਕ c ਹੋਏਗਾ, ਇੱਕ c ਓਮੇਗਾ, ਫਿਰ c ਓਮੇਗਾ ਸਕੁਅਰ, c ਓਮੇਗਾ n minus 1, and these are obviously the n distinct roots, ਕਿਉਂਕਿ ਓਮੇਗਾ ਦੀ ਪਾਵਰ 1 ਤੋਂ ਲੈ ਕੇ ਓਮੇਗਾ n minus 1 ਤੱਕ ਇਹ ਵੈਲਿਊਜ਼ ਡਿਸਟਿੰਕਟ ਹੁੰਦੀਆਂ ਜੇ ਓਮੇਗਾ nth root of unity ਹੋਵੇ। So clearly these are the n distinct roots of xn minus b, where omega belonging to f is a primitive nth root of unity, ठीक है। और ओमेगा सानू ऑलरेडी गिवन ही सीगा क्वेश्चन कि f नु बिलोंग करदा, दैट्स व्हाई वी आर टेकिंग दिस। ਤਾਂ ਇਟ ਮੀਨਸ ਜਿਹੜੀ ਇਹ ਪੋਲੀਨੋਮੀਅਲ ਅਸੀਂ ਕੰਸੀਡਰ ਕੀਤੀ ਹੋਈ ਹੈ xn b, ਇਹ ਇੱਕ ਸੈਪਰੇਬਲ ਇਰਰੀਡਿਊਸਿਬਲ ਪੋਲੀਨੋਮੀਅਲ ਹੈ। ਇਰਰੀਡਿਊਸਿਬਲ ਪੋਲੀਨੋਮੀਅਲ ਇਹ ਸੈਕੰਡ ਪੁਆਇੰਟ ਦੀ ਅਸੰਪਸ਼ਨ ਸੀਗੀ। ਸੈਪਰੇਬਲ ਕਿਉਂ ਹੋਗੀ, ਕਿਉਂਕਿ ਇਹਦੇ ਰੂਟਸ ਤੁਸੀਂ ਦੇਖਿਆ ਸਾਰੇ ਦੇ ਸਾਰੇ ਡਿਸਟਿੰਕਟ ਆਏ, ਔਰ ਜੇ ਇਰਰੀਡਿਊਸਿਬਲ ਪੋਲੀਨੋਮੀਅਲ ਦੇ ਸਾਰੇ ਰੂਟਸ ਡਿਸਟਿੰਕਟ ਹੋਣ ਤਾਂ ਉਹਨੂੰ ਅਸੀਂ ਬੋਲਦੇ ਹਾਂ ਸੈਪਰੇਬਲ। ਸੋ xn b ਇਜ਼ ਅ ਸੈਪਰੇਬਲ ਇਰਰੀਡਿਊਸਿਬਲ ਪੋਲੀਨੋਮੀਅਲ। ਤਾਂ ਜੇਕਰ ਇਹ ਇਰਰੀਡਿਊਸਿਬਲ ਪੋਲੀਨੋਮੀਅਲ ਹੈ ਤੇ E ਸਾਨੂੰ ਕੀ ਕਿਹਾ ਹੋਇਆ ਸੀਗਾ ਸੈਕੰਡ ਪੁਆਇੰਟ ਦੇ ਅਸੰਪਸ਼ਨਸ ਕਿ ਇੱਕ ਸਿੰਗਲ ਐਲੀਮੈਂਟ ਤੋਂ ਜਨਰੇਟ ਹੋਏਗਾ, ਔਰ ਕਿਹੜੇ ਐਲੀਮੈਂਟ ਤੋਂ ਜਨਰੇਟ ਹੋਏਗਾ, ਜਿਹੜਾ ਇਸ ਪੋਲੀਨੋਮੀਅਲ ਦਾ ਰੂਟ ਹੋਏਗਾ। ਤਾਂ ਇਸ ਪੋਲੀਨੋਮੀਅਲ ਦਾ ਰੂਟ ਕੌਣ ਸੀਗਾ, C, ਸੋ E is equal to FC। ਤਾਂ E equal to FC ਜਿਹੜਾ ਹੈ ਉਹ ਆਪਣੇ ਕੋਲ ਗੈਲਵਾ ਐਕਸਟੈਂਸ਼ਨ ਬਣ ਗਿਆ ਹੈ। ਹਾਊ ਇਟ ਇਜ਼ ਅ ਗੈਲਵਾ ਐਕਸਟੈਂਸ਼ਨ, ਬਿਕਾਜ਼ ਗੈਲਵਾ ਐਕਸਟੈਂਸ਼ਨ ਦਾ ਮਤਲਬ ਹੁੰਦਾ ਫਾਈਨਾਈਟ, ਸੈਪਰੇਬਲ ਐਂਡ ਨਾਰਮਲ। E equal to FC ਹੈ ਤਾਂ ਆਬਵੀਅਸਲੀ ਇਹਦੀ ਡਿਗਰੀ n ਹੈਗੀ ਆ, क्योंकि पॉलिनोमियल की डिग्री n है, सो E की डायमेंशन ओवर f n आएगी, सो फाइनाइट हो गया। सैपरेबल क्योंकि जेड़ा एलिमेंट एडजंक्टेड है C, उसकी जेड़ी मिनिमल पॉलिनोमियल है xn माइनस b, वो सैपरेबल पॉलिनोमियल है, सो दैट्स व्हाई इट इज ए सैपरेबल एक्सटेंशन। एंड नॉर्मल क्यों है, बिकॉज इट इज ए स्प्लिटिंग फील्ड ऑफ दिस पॉलिनोमियल, ठीक है ना, क्योंकि इस पॉलिनोमियल के सारे रूट्स को कंटेन कर रहा है और इस पॉलिनोमियल के एक रूट तो जनरेट भी हो रहा है। सो इस करके E की बन गया साडे कोल गैल्वा एक्सटेंशन, फाइनाइट, सैपरेबल एंड नॉर्मल एक्सटेंशन। ਹੁਣ ਅਸੀਂ ਪ੍ਰੂਵ ਇਹ ਕਰਨਾ ਹੈ ਕਿ E ਜਿਹੜਾ ਹੈਗਾ ਆਪਣੇ ਕੋਲ ਸਾਈਕਲਿਕ ਐਕਸਟੈਂਸ਼ਨ ਹੈ, ਠੀਕ ਹੈ, ਯਾਨੀ ਕਿ ਇਸ ਦਾ ਜਿਹੜਾ ਗੈਲਵਾ ਗਰੁੱਪ ਹੈਗਾ ਉਹ ਇੱਕ ਸਾਈਕਲਿਕ ਗਰੁੱਪ ਹੈ, ਕਿਉਂਕਿ ਸੈਕੰਡ ਇੰਪਲਾਈਜ਼ 1 ਕਰ ਰਿਹਾ, 1 ਦੇ ਵਿੱਚ ਇਹੀ ਕੰਡੀਸ਼ਨ ਸੀ ਕਿ E ਨੂੰ ਫਾਈਨਾਈਟ ਸਾਈਕਲਿਕ ਐਕਸਟੈਂਸ਼ਨ ਆਫ ਡਿਗਰੀ n ਪ੍ਰੂਫ ਕਰੋ। ਤਾਂ ਉਹਦੇ ਲਈ ਹੁਣ ਅਸੀਂ
E by F ਨੂੰ ਸਾਈਕਲਿਕ ਪ੍ਰੂਫ ਕਰਨਾ ਹੈਗਾ ਤਾਂ ਇੱਕ ਮੈਂ H ਜਿਹੜਾ ਹੈਗਾ ਜਿਹੜਾ ਕਿ ਪ੍ਰਿਮਿਟਿਵ nth ਰੂਟਸ ਆਫ ਯੂਨਿਟੀ ਦਾ ਗਰੁੱਪ ਹੈਗਾ ਸੌਰੀ ਆਲ ਦਾ nth ਰੂਟਸ ਆਫ ਯੂਨਿਟੀ ਦਾ ਗਰੁੱਪ ਹੈਗਾ ਉਹ ਕੰਸੀਡਰ ਕਰਕੇ ਚੱਲ and we all are aware that nth roots of unity वाला ਜਿਹੜਾ group ਹੈ ਉਹ cyclic group ਹੁੰਦਾ ਹੈ ਔਰ ਉਸ ਤੋਂ generate ਹੁੰਦਾ ਹੈ ਜਿਹੜਾ ਕਿ primitive root ਹੋਵੇ so omega is a primitive root so that's why we are taking h is generated by omega ਤੇ ਅਸੀਂ ਫਿਰ ਇੱਕ ਮੈਪ ਡਿਫਾਈਨ ਕਰਦੇ ਹਾਂ g e by f ਤੇ h ਦੇ ਵਿਚਾਲੇ ਹੁਣ ਇਸ ਮੈਪ ਨੂੰ ਮੈਂ ਪ੍ਰੂਫ ਕੀ ਕਰੂੰਗਾ ਮੈਂ ਇਸ ਮੈਪ ਨੂੰ ਪ੍ਰੂਫ ਕਰੂੰਗਾ ਹੋਮੋਮੋਰਫਿਜ਼ਮ ਹੈ ਤੇ 1 1 ਜੇ ਮੈਂ ਇਸ ਮੈਪ ਨੂੰ ਹੋਮੋਮੋਰਫਿਜ਼ਮ ਐਂਡ 1 1 ਪ੍ਰੂਫ ਕਰਨ ਚ ਕਾਮਯਾਬ ਹੋ ਗਿਆ ਤਾਂ ਇਹਦਾ ਮਤਲਬ ਇਹ ਮੈਪ ਕੀ ਬਣ ਜਾਊਗਾ ਐਮਬੈਡਿੰਗ ਔਰ ਜਦੋਂ ਇਹ ਮੈਪ ਐਮਬੈਡਿੰਗ ਬਣ ਗਿਆ ਤਾਂ ਜਿਹੜਾ GE by F ਹੈ ਉਹ H ਦਾ ਕੀ ਬਣ ਸਕਦਾ ਹੈ ਸਬ ਗਰੁੱਪ ਜਦੋਂ ਕੋਈ ਐਮਬੈਡਿੰਗ ਆ ਜਾਏ ਦੋ ਗਰੁੱਪਸ ਦੇ ਵਿੱਚ ਤਾਂ ਅਸੀਂ ਕਹਿੰਦੇ ਆ ਜਿਹੜਾ ਡੋਮੇਨ ਸਾਈਡ ਤੇ ਰੱਖਿਆ ਸੀਗਾ ਉਹ ਇੱਧਰ ਜਿਹੜਾ ਕੋਡੋਮੇਨ ਸਾਈਡ ਤੇ ਪਿਆ ਉਹਦਾ ਸਬ ਗਰੁੱਪ ਹੁੰਦਾ ਤਾਂ GE by F H ਦਾ ਸਬ ਗਰੁੱਪ ਹੋ ਜਾਏਗਾ ਬਟ H ਕਿਉਂਕਿ ਸਾਈਕਲਿਕ ਹੈ ਤੁਸੀਂ ਦੇਖ ਸਕਦੇ ਹੋ ਤਾਂ GE by F being a subgroup of cyclic group will be also cyclic ਤਾਂ ਇਸ ਤਰ੍ਹਾਂ ਅਸੀਂ ਇਹਨੂੰ ਵੈਰੀਫਾਈ ਕਰ ਸਕਦੇ ਹਾਂ ਸੋ ਹੁਣ ਸਾਡਾ ਟਾਰਗੇਟ ਇਹ ਹੈ ਕਿ ਆ ਜਿਹੜਾ ਫਾਈ ਅਸੀਂ ਡਿਫਾਈਨ ਕੀਤਾ ਇਹਨੂੰ ਹੋਮੋਮੋਰਫਿਜ਼ਮ ਪ੍ਰੂਫ ਕਰ ਲਈਏ ਤੇ 1 1 ਪ੍ਰੂਫ ਕਰ ਲਈਏ ਤੇ ਪਹਿਲਾਂ ਇਸ ਮੈਪ ਦੀ ਡੈਫੀਨੇਸ਼ਨ ਅਸੀਂ ਕਿਵੇਂ ਦਿੰਦੇ ਪਏ ਆ ਇਹ ਸੇਮ ਹੀ ਨੋਟੇਸ਼ਨਸ ਹੈਗੀਆਂ ਨੇ ਫਾਈ ਇਸ ਤਰ੍ਹਾਂ ਪਾ ਲਓ ਚਾਹੇ ਤਾਂ ਫਾਈ ਆਫ ਸਿਗਮਾ ਇਸ ਦੇ ਵਿੱਚੋਂ ਜਿਹੜਾ ਮੈਂਬਰ ਅਸੀਂ ਇਨਪੁਟ ਕੀਤਾ ਦੈਟ ਇਜ਼ ਸਿਗਮਾ ਔਰ ਇਹਦੀ ਇਮੇਜ ਕੀ ਪ੍ਰੋਵਾਈਡ ਕੀਤੀ C over sigma C now let us see why we are defining it like this C over sigma C ਕਿ ਇਹਦਾ ਆਨਸਰ ਵਾਪਸ H ਨੂੰ ਕਿਵੇਂ ਬਿਲੋਂਗ ਕਰਦਾ ਹੈ ਕਿਉਂਕਿ ਮੈਪ ਅਸੀਂ ਅਪ ਟੂ H ਤੱਕ ਕੀ ਹੈ let us see how is it possible ਉੱਪਰ C ਹੈਗਾ ਨੀਚੇ ਹੈਗਾ ਸਿਗਮਾ C ਹੁਣ C ਕੀ ਸੀਗਾ ਇਸ ਪੋਲੀਨੋਮੀਅਲ ਦਾ ਇੱਕ ਰੂਟ ਇੱਕ ਰੂਟ ਹੈ ਇਸ ਪੋਲੀਨੋਮੀਅਲ ਦਾ ਤਾਂ ਸਿਗਮਾ C ਦਾ ਜਿਹੜਾ ਆਨਸਰ ਹੈ ਉਹ ਆਪਣੇ ਕੋਲ ਅਗੇਨ ਅ ਰੂਟ ਆਫ ਪੋਲੀਨੋਮੀਅਲ ਹੋਏਗਾ ਠੀਕ ਹੈ ਕਿਉਂਕਿ ਇਹ ਰਿਜ਼ਲਟ ਆਪਣੇ ਕੋਲ ਫੇਰ ਵੈਲਿਡ ਹੈਗਾ ਕਿ ਜਦੋਂ ਅਸੀਂ ਕੋਈ ਇਹ ਚੀਜ਼ ਲੈਣੇ ਆ ਸਿਗਮਾ ਬਿਲੋਂਗਿੰਗ ਟੂ GE by F ਤਾਂ ਹਮੇਸ਼ਾ ਸਿਗਮਾ F ਦੀ ਜਿਹੜੀ ਵੀ ਪੋਲੀਨੋਮੀਅਲ ਹੈ ਉਹਦੇ ਰੂਟ ਨੂੰ F ਦੇ ਰੂਟ ਉੱਪਰ ਹੀ ਮੈਪ ਕਰਦਾ ਹੁੰਦਾ ਸੋ C by sigma C ਤਾਂ ਸਿਗਮਾ C ਦੇ ਪੋਸੀਬਲ ਆਨਸਰਸ ਕੀ ਆਣਗੇ ਜਾਂ C ਆ ਜਾਊਗਾ ਜਾਂ C ਓਮੇਗਾ ਆ ਜਾਊਗਾ ਜਾਂ C ਓਮੇਗਾ ਸਕੁਅਰ ਆ ਜਾਊਗਾ ਠੀਕ ਹੈ ਜੋ ਵੀ ਹੈ ਜਾਂ C over C ਓਮੇਗਾ n - 1 ਆ ਜਾਊਗਾ ਕੁਝ ਵੀ ਆ ਜਾਵੇ ਤਾਂ ਸੌਰੀ ਕੁਝ ਵੀ ਆ ਜਾਵੇ ਤਾਂ ਇਹ ਜੇ ਹੋਏਗਾ ਤਾਂ 1 ਹੋ ਗਿਆ ਇਹ ਹੋਏਗਾ ਤਾਂ 1 by ਓਮੇਗਾ ਹੋ ਗਿਆ ਜੇ ਇਹ ਵਾਲਾ ਆਨਸਰ ਹੋਇਆ ਤਾਂ 1 by ਓਮੇਗਾ ਸਕੁਅਰ ਹੋ ਗਿਆ ਔਰ ਇਹ ਹੋਇਆ ਤਾਂ 1 by ਓਮੇਗਾ n - 1 ਹੋ ਗਿਆ ਠੀਕ ਹੈ ਬਟ ਤੁਸੀਂ ਦੇਖ ਸਕਦੇ ਹੋ ਜਿਹੜਾ 1 by ਓਮੇਗਾ ਇਟ ਇਜ਼ ਇਕੁਇਵਲੈਂਟ ਟੂ ਓਮੇਗਾ n - 1 ਚੈੱਕ ਕਰ ਸਕਦੇ ਹੋ ਕਿਉਂਕਿ ਇਹਦੇ ਉੱਪਰ ਅਸੀਂ ਜੇ 1 ਨੂੰ ਓਮੇਗਾ n ਲਿਖ ਲਈਏ ਤਾਂ ਓਮੇਗਾ n over ਓਮੇਗਾ ਇਜ਼ ਓਮੇਗਾ n - 1 ਇਸੇ ਤਰ੍ਹਾਂ ਇਹ ਇਕੁਇਵਲੈਂਟ ਟੂ ਓਮੇਗਾ n - 2 ਹੈ ਔਰ ਇਸੇ ਤਰ੍ਹਾਂ ਇਹ ਇਕੁਇਵਲੈਂਟ ਟੂ ਇਹ 1 by ਓਮੇਗਾ n ਹੈਗਾ ਓਮੇਗਾ n - 1 ਇਟ ਇਜ਼ ਇਕੁਇਵਲੈਂਟ ਟੂ ਓਮੇਗਾ ਤਾਂ ਜਿਹੜੇ ਆਨਸਰਸ ਤੁਹਾਡੇ ਕੋਲ ਆਏ ਫਾਈਨਲੀ ਤੁਸੀਂ ਚੈੱਕ ਕਰੋ ਇਹਦਾ ਆਨਸਰ ਆਇਆ 1 ਠੀਕ ਹੈ ਇਸ ਦਾ ਆਨਸਰ ਆਇਆ ਆਪਣੇ ਕੋਲ ਓਮੇਗਾ n - 1 ਇਸ ਦਾ ਆਨਸਰ ਆਇਆ ਓਮੇਗਾ n - 1 ਇਹਦਾ ਓਮੇਗਾ n - 2 ਇਹਦਾ ਆਨਸਰ ਓਮੇਗਾ ਸੋ ਫਾਈਨਲੀ ਜਿਹੜੇ ਆਨਸਰਸ ਆ ਰਹੇ ਉਹ ਇਸੇ ਸੈੱਟ ਦੇ ਵਿੱਚੋਂ ਆ ਰਹੇ ਨੇ H ਦੇ ਵਿੱਚੋਂ ਤੁਸੀਂ ਦੇਖ ਸਕਦੇ ਤਾਂ ਇਸ ਤਰ੍ਹਾਂ ਇਹ ਮੈਪ ਜਿਹੜਾ ਹੈਗਾ ਅਸੀਂ ਡਿਫਾਈਨ ਕੀਤਾ ਹੈਗਾ ਸੋ ਹੁਣ ਅਸੀਂ ਪ੍ਰੂਫ ਕਰਾਂਗੇ ਫਾਈ ਕੀ ਹੈ 1 1 ਗਰੁੱਪ ਹੋਮੋਮੋਰਫਿਜ਼ਮ ਤਾਂ ਪਹਿਲਾਂ ਫਾਈ ਨੂੰ ਅਸੀਂ ਵੈਲ ਡਿਫਾਈਨਡ ਵੀ ਚੈੱਕ ਕਰ ਲਈਏ ਉਹ ਆਬਵੀਅਸਲੀ ਹੋਏਗਾ ਹੀ ਹੋਏਗਾ ਕਿਉਂਕਿ ਫਾਈ ਦੀ ਡੈਫੀਨੇਸ਼ਨ ਸਿਗਮਾ ਤੇ ਡਿਪੈਂਡ ਕਰ ਰਹੀ ਹੈ C over sigma C ਔਰ ਸਿਗਮਾ ਇੱਕ ਆਟੋਮੋਰਫਿਜ਼ਮ ਹੈ ਵੈਲ ਡਿਫਾਈਨਡ ਹੈ ਸੋ ਦੈਟਸ ਵਾਈ ਫਾਈ ਇਜ਼ ਆਲਸੋ ਵੈਲ ਡਿਫਾਈਨਡ ਨਾਓ ਫਾਈ ਇਜ਼ 1 1 1 1 ਤੇ ਹੋਮੋਮੋਰਫਿਜ਼ਮ ਲਈ ਅਸੀਂ ਵੈਰੀਫਾਈ ਕਰ 1 1 ਦੇ ਲਈ ਲੈਟ ਅਸ ਟੇਕ ਫਾਈ ਆਫ ਸਿਗਮਾ 1 ਇਕੁਅਲ ਟੂ ਫਾਈ ਆਫ ਸਿਗਮਾ 2 then we have C over sigma 1 C equal to C over sigma 2 C according to the definition of phi ਤਾਂ ਇਹਨਾਂ ਨੂੰ ਅਗਰ ਅਸੀਂ ਰੈਸੀਪ੍ਰੋਕਲ ਕਰ ਲਈਏ C C ਕੈਨਸਲ ਹੋ ਗਿਆ ਰੈਸੀਪ੍ਰੋਕਲ ਕਰ ਲਈਏ sigma 1 C equal to sigma 2 C ਤੇ sigma 1 ਤੇ sigma 2 C ਦੇ ਉੱਪਰ ਸੇਮ ਆਣ ਲੱਗ ਪਏ C ਦੇ ਉੱਪਰ ਇਮੇजेस ਸੇਮ ਪ੍ਰੋਵਾਈਡ ਕਰਦੀ ਹੁਣ ਜੇ ਤੁਸੀਂ E ਨੂੰ ਧਿਆਨ ਨਾਲ ਦੇਖੋ E ਦੀ ਵੈਲਿਊ ਕੀ ਸੀ ਕਿਉਂਕਿ sigma 1 sigma 2 ਦੋਵੇਂ E ਦੇ ਆਟੋਮੋਰਫਿਜ਼ਮਸ ਹੈ E ਦੀ ਵੈਲਿਊ ਕੀ ਸੀ F of C ਤਾਂ sigma 1 sigma 2 ਦੋਵੇਂ ਦੇ ਦੋਵੇਂ ਕਿਹਨੂੰ ਬਿਲੋਂਗ ਕਰਦੇ ਸੀਗੇ GE by F ਨੂੰ ਠੀਕ ਹੈ F ਦੇ ਐਲੀਮੈਂਟਸ ਉਹਨਾਂ ਨੇ ਪਹਿਲਾਂ ਹੀ ਫਿਕਸ ਕਰਨਾ ਯਾਨੀ F ਦੇ ਉੱਪਰ ਦੋਵਾਂ ਦਾ ਨੇਚਰ ਸੇਮ ਹੈ ਆਇਡੈਂਟੀਟੀ ਇੱਕੋ ਹੀ ਇੱਕ ਐਲੀਮੈਂਟ ਬਚਿਆ ਸੀਗਾ C ਜਿਹਦੇ ਉੱਪਰ ਇਹ ਡਿਫਰੈਂਟ ਹੋ ਸਕਦੇ ਸੀ ਬਟ ਉਹਦੇ ਉੱਪਰ ਵੀ ਇਹ ਸੇਮ ਆ ਗਏ ਤਾਂ ਇਹਦਾ ਮਤਲਬ ਕੀ ਹੈਗਾ ਇਹ sigma 1 ਤੇ sigma 2 ਦੋਵੇਂ ਦੇ ਦੋਵੇਂ ਜਿਹੜੇ E ਦੇ ਆਟੋਮੋਰਫਿਜ਼ਮ ਹੈ ਇਹਨਾਂ 'ਚ ਡਿਫਰ ਤਾਂ ਹੀ ਹੋ ਸਕਦਾ ਸੀ ਜੇ C ਦੀਆਂ ਇਮੇजेस ਅਲੱਗ-ਅਲੱਗ ਪ੍ਰੋਵਾਈਡ ਕਰ ਬਟ ਇਹ ਦੋਵੇਂ C ਦੀਆਂ ਇਮੇजेस ਸੇਮ ਪ੍ਰੋਵਾਈਡ ਕਰਦੇ ਪਏ ਆ ਸੋ ਦੈਟਸ ਵਾਈ ਵੀ ਮਸਟ ਹੈਵ sigma 1 equal to sigma 2 ਇਹ ਕੋਈ ਡਿਫਰੈਂਟ ਆਟੋਮੋਰਫਿਜ਼ਮਸ ਨਹੀਂ ਹੈ ਤਾਂ ਇਸ ਮੀਨਸ ਇਹ sigma 1 equal to sigma 2 ਆ ਗਿਆ this map is a 1 1 map
So now we will prove phi is homomorphism also. तो homomorphism ਦੇ ਲਈ ਕੀ ਕਰਾਂਗੇ, phi of sigma eta ਅਸੀਂ ਲੈ ਕੇ ਚੱਲਾਂਗੇ. So according to the definition it will be c over sigma eta c. ਹੁਣ ਇਸ ਸਟੈਪ ਦੇ ਵਿੱਚ ਮੈਂ ਕੀ ਕੀਤਾ, sigma c ਨਾਲ ਮਲਟੀਪਲਾਈ ਡਿਵਾਈਡ ਕਰਵਾਤਾ ਹੈ ਜਾਣ ਕੇ. Let us see why. c sigma c ਨਾਲ ਮਲਟੀਪਲਾਈ ਵੀ ਕੀਤਾ ਔਰ ਡਿਵਾਈਡ ਵੀ ਕੀਤਾ. ਤੇ ਇਹ ਵਾਲੀ ਜਿਹੜੀ ਟਰਮ ਸੀਗੀ ਇਸ ਦੇ ਵਿੱਚ, ਕਿਉਂਕਿ ਸਿਗਮਾ ਆਟੋਮੋਰਫਿਜ਼ਮ ਹੈ, ਇਹਨੂੰ ਐਵੇਂ ਵੀ ਲਿਖ ਸਕਦੇ ਹਾਂ ਸਿਗਮਾ ਕਾਮਨ ਕਰਕੇ c ਓਵਰ ਈਟਾ c, ਬਿਕੋਜ਼ ਅਪਨ ਈਟਾ c ਦਾ ਮਤਲਬ ਈਟਾ c ਦਾ ਇਨਵਰਸ ਹੀ ਹੈ. ਸੋ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ. ਸੋ ਨਾਓ ਲੈਟ ਅਸ ਸੀ ਕਿ ਮੈਨੇ ਕੀ ਕੀਤਾ ਅਗਲੇ ਸਟੈਪ ਦੇ ਵਿੱਚ, ਕਿ ਉਰੋਂ ਦੀ ਜਿਹੜਾ ਇਹ ਵਾਲਾ ਸਿਗਮਾ ਸੀਗਾ ਉਹ ਇੱਥੇ ਹਟਾ ਦਿੱਤਾ, ਉਰੇ ਨਹੀਂ ਹੈਗਾ ਇਹ ਸਿਗਮਾ. ਵਾਈ? ਇਹਦਾ ਰੀਜ਼ਨ ਇਹ ਆ ਰਿਹਾ ਕਿਉਂਕਿ c ਓਵਰ ਈਟਾ c ਨੂੰ ਅਗਰ ਤੁਸੀਂ ਆਬਜ਼ਰਵ ਕਰੋ, ਇਹ ਕੀ ਹੋਏਗਾ, ਜਿਵੇਂ ਹੁਣੀ ਮੈਂ ਤੁਹਾਨੂੰ ਐਕਸਪਲੇਨ ਕੀਤਾ ਸੀਗਾ c ਓਵਰ ਸਿਗਮਾ c, ਕਿ ਅਗੇਨ ਓਮੇਗਾ ਆਂਦਾ ਜਾਂ ਓਮੇਗਾ ਸਕੁਆਇਰ ਆਂਦਾ ਜਾਂ ਓਮੇਗਾ ਜੋ ਵੀ ਆ ਰਿਹਾ. ਜੇ c ਉੱਥੇ ਆਪਾਂ ਚੈੱਕ ਕੀਤਾ ਸੀ ਨਾ, ਜੇ c ਓਵਰ c ਓਮੇਗਾ ਸੀਗਾ ਤਾਂ ਆਨਸਰ ਬਣਿਆ ਸੀ ਓਮੇਗਾ n-1. ਤਾਂ ਜੇ c ਓਵਰ c ਓਮੇਗਾ i ਹੈ ਤਾਂ ਆਨਸਰ ਕੀ ਬਣੇਗਾ, ਓਮੇਗਾ n-i. ਹੁਣ ਓਮੇਗਾ n-i ਹੈ, ਓਮੇਗਾ ਕਿਉਂਕਿ f ਨੂੰ ਹੀ ਬਿਲੋਂਗ ਕਰਦਾ ਸੀਗਾ, ਠੀਕ ਹੈ. ਓਮੇਗਾ ਕਿਹਨੂੰ ਬਿਲੋਂਗ ਕਰਦਾ ਸੀ, f ਨੂੰ, ਔਰ f ਦੇ ਐਲੀਮੈਂਟਸ ਨੂੰ ਅਸੀਂ ਫਿਕਸ ਕਰਾਉਣਾ ਹੈ. ਜੇ ਓਮੇਗਾ f ਨੂੰ ਬਿਲੋਂਗ ਕਰਦਾ ਸੀ ਤਾਂ ਓਮੇਗਾ n-i ਵੀ f ਨੂੰ ਕਰੇਗਾ, ਕਲੋਜ਼ਰ ਪ੍ਰੋਪਰਟੀ ਦੇ ਅਕੋਰਡਿੰਗ ਇਹਦੀਆਂ ਸਾਰੀਆਂ ਪਾਵਰਸ ਵੀ f ਦੇ ਵਿੱਚ ਹੀ ਹੋਣਗੀਆਂ. ਤਾਂ f ਨੂੰ ਜਿਹੜਾ ਵੀ ਐਲੀਮੈਂਟ ਬਿਲੋਂਗ ਕਰਦਾ ਉਹਨੂੰ ਸਿਗਮਾ ਫਿਕਸ ਕਰਦਾ, ਕਿਉਂਕਿ f ਫਿਕਸਡ ਫੀਲਡ ਹੈ. ਸੋ ਸਿਗਮਾ ਓਮੇਗਾ n-i ਦਾ ਆਨਸਰ ਵਾਪਸ ਓਮੇਗਾ n-i ਆ ਗਿਆ. ਵਾਪਸ ਓਮੇਗਾ n-i ਆ ਗਿਆ, ਮਤਲਬ ਵਾਪਸ ਕੀ ਆ ਗਿਆ, c ਓਵਰ ਈਟਾ c. ਸੋ ਤਾਂ ਹੀ ਕਰਕੇ ਆਹ ਵਾਲਾ ਜਿਹੜਾ ਸਿਗਮਾ ਸੀਗਾ ਇਹ ਨੈਕਸਟ ਸਟੈਪ ਦੇ ਵਿੱਚ ਉਰੋਂ ਦੀ ਹਟਾ ਦਿੱਤਾ ਗਿਆ, ਕਿਉਂਕਿ ਸਿਗਮਾ ਓਵਰ c ਬਾਈ ਈਟਾ c ਵਿਲ ਬੀ ਅਗੇਨ ਇਕੁਅਲ ਟੂ c ਓਵਰ ਈਟਾ c. ਤਾਂ ਤੁਸੀਂ ਹੁਣ ਦੇਖ ਸਕਦੇ ਹੋ ਜੋ ਸਾਡੇ ਕੋਲ ਰਿਮੇਨਿੰਗ ਰਹਿ ਗਿਆ, c ਓਵਰ ਸਿਗਮਾ c, this is phi sigma, and c over eta c, this is phi eta. So it means ਕੀ ਪ੍ਰੂਵ ਕਰ ਲਿਆ, phi is an embedding of g e by f into h, therefore g e by f is cyclic, hence e is a cyclic extension of f. ਔਰ ਫਿਰ ਜਿਹੜੀਆਂ ਦੋ ਚਾਰ ਗੱਲਾਂ ਸੀ ਅਸੀਂ ਵੈਰੀਫਾਈ ਕਰ ਦਿੱਤੀਆਂ. ਪਹਿਲਾਂ ਗੈਲਵਾ ਐਕਸਟੈਂਸ਼ਨ ਪ੍ਰੂਵ ਕਰ ਲਿਆ, ਗੈਲਵਾ ਐਕਸਟੈਂਸ਼ਨ ਤੋਂ ਬਾਅਦ ਹੁਣ ਪ੍ਰੂਵ ਕਰਤਾ ਕਿ ਇਹਦਾ ਗੈਲਵਾ ਗਰੁੱਪ ਸਾਈਕਲਿਕ ਹੈ. ਸੋ E ਪ੍ਰੂਵ ਹੋ ਗਿਆ, ਸਾਈਕਲਿਕ ਐਕਸਟੈਂਸ਼ਨ. ਫਿਰ ਅਗਲੀ ਗੱਲ ਕੀ ਪ੍ਰੂਵ ਕਰਨੀ ਸੀ, ਇਹਦੀ ਡਿਗਰੀ n ਹੈ. ਸੋ ਡਾਇਮੈਂਸ਼ਨ E ਓਵਰ f, E ਦੀ ਵੈਲਿਊ fc ਸੀਗੀ ਔਰ fc ਦੀ ਡਾਇਮੈਂਸ਼ਨ ਕਿੰਨੀ ਆਣੀ ਸੀ, ਜਿੰਨੀ xn ਮਾਈਨਸ b ਦੀ ਡਿਗਰੀ, ਤੇ ਉਹ n ਹੈਗੀ ਹੈ. ਤਾਂ E ਆਪਣੇ ਕੋਲ ਸਾਈਕਲਿਕ ਐਕਸਟੈਂਸ਼ਨ ਆਫ ਡਿਗਰੀ n ਓਵਰ f, ਇਹੀ ਅਸੀਂ ਪ੍ਰੂਵ ਕਰਨਾ ਸੀ ਸੈਕੰਡ ਪਾਰਟ ਲਈ, ਔਰ ਇਹ ਜਸਟੀਫਾਈਡ ਹੈ.